ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ HR ਪੰਜਾਬੀ ਕਹਾਣੀਆਂ ਤੇ। ਅੱਜ ਮੈਂ ਆਪਣੇ ਪਤੀ ਦੇ ਮਰਨ ਤੇ ਜਸ਼ਨ ਮਨਾ ਰਹੀ ਸੀ। ਉਹ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਸੀ, ਪਰ ਮੈਂ ਆਪਣੇ ਪਤੀ ਦੇ ਮਰਨ ਤੇ ਅਜਿਹਾ ਕਿਉਂ ਕਰ ਰਹੀ ਸੀ? ਕਿਉਂਕਿ ਮੇਰੇ ਪਤੀ ਬਹੁਤ ਸ਼ੱਕੀ ਕਿਸਮ ਦੇ ਆਦਮੀ ਸੀ। ਪਰ ਇੱਕ ਦਿਨ ਅਚਾਨਕ ਮੇਰੇ ਪਤੀ ਦੇ ਮਰਨ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਅਜਿਹੀ ਚੀਜ਼ ਦੇਖੀ ਕਿ ਉਸ ਨੂੰ ਦੇਖ ਕੇ ਮੇਰੀਆਂ ਚੀਕਾਂ ਨਿਕਲ ਗਈਆਂ। ਮੈਂ ਆਪਣੇ ਪਤੀ ਦੀਆਂ ਰੋਕਾਂ ਟੋਕਾਂ ਤੋਂ ਬਹੁਤ ਤੰਗ ਆ ਚੁੱਕੀ ਸੀ। ਮੈਂ ਉਸ ਤੋਂ ਦੂਰ ਜਾਣਾ ਚਾਹੁੰਦੀ ਸੀ, ਪਰ ਜਦੋਂ ਹੀ ਮੈਂ ਉਸ ਦੇ ਮਰਨ ਦੀ ਖਬਰ ਸੁਣੀ ਤਾਂ ਮੈਂ ਸਕੂਨ ਭਰਿਆ ਸਾਹ ਲਿਆ। ਆਂਢ ਗੁਆਂਢ ਦੇ ਲੋਕ ਮੈਨੂੰ ਹੌਸਲਾ ਦੇਣ ਆਏ, ਪਰ ਮੇਰੀਆਂ ਅੱਖਾਂ ਵਿੱਚੋਂ ਇੱਕ ਵੀ ਬੂੰਦ ਪਾਣੀ ਦੀ ਨਾ ਡਿੱਗੀ। ਮੈਨੂੰ ਦੇਖ ਕੇ ਲੋਕਾਂ ਨੇ ਕਿਹਾ, ਇਸ ਨੂੰ ਬਹੁਤ ਵੱਡਾ ਸਦਮਾ ਲੱਗਿਆ। ਪਤੀ ਦੇ ਮਰਨ ਤੋਂ ਬਾਅਦ ਮੈਂ ਬਾਹਰ ਨਿਕਲੀ ਅਤੇ ਆਪਣੇ ਸ਼ੌਂਕ ਪੂਰੇ ਕਰਨ ਲੱਗੀ। ਮੇਰੇ ਘਰੇ ਪੈਸੇ ਰੁਪਏ ਦੀ ਕੋਈ ਕਮੀ ਨਹੀਂ ਸੀ। ਮੇਰੇ ਪਤੀ ਕੋਲ ਬਹੁਤ ਸਾਰੀ ਪ੍ਰਾਪਰਟੀ ਸੀ ਜੋ ਉਸ ਦੇ ਮਰਨ ਤੋਂ ਬਾਅਦ ਮੇਰੇ ਨਾਂ ਹੋ ਗਈ ਸੀ। ਕਹਿੰਦੇ ਆ, ਜਦੋਂ ਕੋਈ ਰੋਕਾ ਟੋਕੀ ਕਰਨ ਵਾਲਾ ਨਾ ਹੋਵੇ ਤਾਂ ਬਹੁਤ ਸਾਰੇ ਪੈਸੇ ਹੋਣ, ਫਿਰ ਉਹ ਆਪਣੀ ਖੁਸ਼ੀ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ। ਮੈਂ ਵੀ ਕੁਝ ਅਜਿਹਾ ਹੀ ਕਰ ਰਹੀ ਸੀ। ਪਰ ਕੁਝ ਦਿਨਾਂ ਬਾਅਦ ਮੈਨੂੰ ਆਪਣੇ ਕਮਰੇ ਵਿੱਚ ਪਤੀ ਦੀ ਡਾਇਰੀ ਮਿਲੀ। ਉਸ ਨੂੰ ਪੜ੍ਹ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਬਲਕਿ ਇਹ ਕਹੋ ਕਿ ਮੈਂ ਟੁੱਟ ਕੇ ਚਕਨਾਚੂਰ ਹੋ ਗਈ ਤੇ ਬਹੁਤ ਰੋਈ। ਮੇਰੀ ਤੇ ਮੇਰੇ ਪਤੀ ਆਸ਼ੂਤੋਸ਼ ਦੀ ਲਵ ਮੈਰਿਜ ਹੋਈ ਸੀ। ਅਸੀਂ ਦੋਨੋਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ। ਮੈਂ ਆਪਣੇ ਘਰ ਵਾਲਿਆਂ ਨੂੰ ਜਦੋਂ ਆਸ਼ੂਤੋਸ਼ ਬਾਰੇ ਦੱਸਿਆ ਕਿ ਉਸ ਲੜਕੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਤਾਂ ਉਹਨਾਂ ਨੇ ਮਨਾ ਕਰ ਦਿੱਤਾ। ਮੈਂ ਆਪਣੇ ਘਰ ਵਾਲਿਆਂ ਨੂੰ ਬਹੁਤ ਸਮਝਾਇਆ, ਪਰ ਉਹ ਨਾ ਮੰਨੇ, ਕਿਉਂਕਿ ਮੇਰੇ ਪਾਪਾ ਨੇ ਮੇਰਾ ਵਿਆਹ ਕਿਸੇ ਦੂਜੀ ਜਗ੍ਹਾ ਪੱਕਾ ਕਰ ਦਿੱਤਾ ਸੀ। ਪਰ ਮੈਂ ਉਹ ਵਿਆਹ ਨਹੀਂ ਕਰਨਾ ਸੀ। ਮੈਂ ਸਿਰਫ ਤੇ ਸਿਰਫ ਆਸ਼ੂਤੋਸ਼ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਪਰ ਜਦੋਂ ਮੇਰੇ ਘਰ ਵਾਲੇ ਆਸ਼ੂਤੋਸ਼ ਨਾਲ ਵਿਆਹ ਕਰਨ ਦੇ ਲਈ ਨਾ ਮੰਨੇ ਤਾਂ ਮੈਂ ਰਾਤ ਨੂੰ ਆਸ਼ੂਤੋਸ਼ ਦੇ ਨਾਲ ਉਸ ਦੇ ਘਰ ਚਲੀ ਗਈ। ਉਸ ਦੇ ਘਰ ਉਸ ਦੀ ਮਾਂ ਸੀ। ਉਹ ਬਹੁਤ ਚੰਗੀ ਸੀ। ਮੈਨੂੰ ਦੇਖ ਕੇ ਉਸਨੇ ਮੈਨੂੰ ਬਹੁਤ ਸਮਝਾਇਆ ਕਿ ਬੇਟੀ, ਇਸ ਤਰ੍ਹਾਂ ਆਪਣੇ ਮਾਂ-ਬਾਪ ਦਾ ਘਰ ਛੱਡ ਕੇ ਨਹੀਂ ਆਉਣਾ ਸੀ। ਪਰ ਮੈਂ ਕਿਹਾ, ਨਹੀਂ ਮਾਂ ਜੀ, ਜੇ ਮੈਂ ਵਿਆਹ ਕਰਵਾਉਂਗੀ ਤਾਂ ਆਸ਼ੂਤੋਸ਼ ਨਾਲ ਹੀ, ਨਹੀਂ ਮੈਂ ਇੱਥੇ ਹੀ ਕੁਝ ਖਾ ਕੇ ਮਰ ਜਾਊਂ। ਉਹ ਡਰ ਗਈ ਤੇ ਉਸਨੇ ਜਲਦਬਾਜ਼ੀ ਵਿੱਚ ਸਾਡਾ ਵਿਆਹ ਇੱਕ ਮੰਦਿਰ ਵਿੱਚ ਕਰਵਾ ਦਿੱਤਾ। ਆਸ਼ੂਤੋਸ਼ ਦੇ ਨਾਲ ਵਿਆਹ ਕਰਨ ਤੋਂ ਬਾਅਦ ਮੇਰੇ ਘਰ ਵਾਲਿਆਂ ਨੇ ਮੇਰੇ ਨਾਲੋਂ ਸਾਰੇ ਰਿਸ਼ਤੇ ਨਾਤੇ ਤੋੜ ਲਏ। ਵਿਆਹ ਦੇ ਬਾਅਦ ਆਸ਼ੂਤੋਸ਼ ਦੇ ਘਰੇ ਮੈਂ ਬਹੁਤ ਖੁਸ਼ ਸੀ। ਉਹ ਮੇਰੀ ਖੁਸ਼ੀ ਦਾ ਪੂਰਾ ਖਿਆਲ ਰੱਖਦਾ। ਮੈਨੂੰ ਬਸ ਦੁੱਖ ਸਿਰਫ ਇਸ ਗੱਲ ਦਾ ਸੀ ਕਿ ਜੇ ਮੇਰੇ ਘਰ ਵਾਲੇ ਇਸ ਗੱਲ ਨੂੰ ਮੰਨ ਜਾਂਦੇ ਤਾਂ ਮੈਂ ਇਹ ਕਦਮ ਨਾ ਉਠਾਉਣਾ ਪੈਂਦਾ। ਪਰ ਹੁਣ ਤਾਂ ਜੋ ਹੋਣਾ ਸੀ ਉਹ ਹੋ ਗਿਆ ਸੀ। ਵਿਆਹ ਤੋਂ 6 ਮਹੀਨੇ ਤਾਂ ਮੇਰੀ ਜ਼ਿੰਦਗੀ ਬਹੁਤ ਸਕੂਨ ਨਾਲ ਲੰਘੀ, ਪਰ ਵਿਆਹ ਤੋਂ 6 ਮਹੀਨੇ ਬਾਅਦ ਮੇਰੀ ਜ਼ਿੰਦਗੀ ਵਿੱਚ ਅਜਿਹਾ ਤੂਫਾਨ ਆਇਆ ਕਿ ਮੈਂ ਸੋਚ ਵੀ ਨਹੀਂ ਸਕਦੀ। ਉਸਨੇ ਮੇਰੀ ਪੂਰੀ ਦੁਨੀਆ ਹੀ ਪਲਟ ਕੇ ਰੱਖ ਦਿੱਤੀ। ਇੱਕ ਦਿਨ ਅਚਾਨਕ ਮੈਨੂੰ ਚੱਕਰ ਆਇਆ ਤੇ ਮੈਂ ਬੇਹੋਸ਼ ਹੋ ਗਈ। ਜਦੋਂ ਹੋਸ਼ ਆਇਆ ਤਾਂ ਮੈਂ ਹਸਪਤਾਲ ਵਿੱਚ ਸੀ। ਮੇਰੇ ਸਾਹਮਣੇ ਮੇਰਾ ਪਤੀ ਆਸ਼ੂਤੋਸ਼ ਬੈਠਾ ਸੀ। ਮੈਂ ਉਸ ਨੂੰ ਪੁੱਛਿਆ, ਆਸ਼ੂਤੋਸ਼, ਮੈਨੂੰ ਕੀ ਹੋਇਆ? ਦੱਬੇ ਸ਼ਬਦਾਂ ਵਿੱਚ ਆਸ਼ੂਤੋਸ਼ ਨੇ ਮੈਨੂੰ ਕਿਹਾ, ਮਾਨਸੀ, ਤੂੰ ਮਾਂ ਬਣਨ ਵਾਲੀ ਸੀ, ਪਰ ਜਦੋਂ ਤੈਨੂੰ ਹਸਪਤਾਲ ਲਿਆਂਦਾ ਗਿਆ ਤਾਂ ਚੈੱਕਅਪ ਦੇ ਬਾਅਦ ਪਤਾ ਲੱਗਿਆ ਬੱਚਾ ਸਹੀ ਨਹੀਂ ਸੀ। ਇਸ ਕਰਕੇ ਮਜਬੂਰਨ ਅਬੋਰਸ਼ਨ ਕਰਵਾਉਣਾ ਪਿਆ। ਆਸ਼ੂਤੋਸ਼ ਦੀਆਂ ਗੱਲਾਂ ਤੋਂ ਮੈਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਮੇਰੇ ਤੋਂ ਕੁਝ ਲੁਕੋ ਰਿਹਾ ਹੋਵੇ। ਮੈਂ ਉਸ ਤੋਂ ਜ਼ਿਆਦਾ ਕੁਝ ਪੁੱਛ ਵੀ ਨਹੀਂ ਸਕਦੀ ਸੀ, ਕਿਉਂਕਿ ਉਸ ਦੇ ਚਿਹਰੇ ਤੇ ਪਰੇਸ਼ਾਨੀ ਦਿਖ ਰਹੀ ਸੀ। 2 ਦਿਨਾਂ ਬਾਅਦ ਅਸੀਂ ਹਸਪਤਾਲ ਤੋਂ ਘਰ ਆਏ ਤਾਂ ਮੇਰੀ ਤਬੀਅਤ ਕੁਝ ਠੀਕ ਨਹੀਂ ਸੀ। ਆਸ਼ੂਤੋਸ਼ ਮੈਨੂੰ ਬਿਸਤਰੇ ਤੋਂ ਉੱਠਣ ਨਾ ਦਿੰਦੇ, ਬਲਕਿ ਇਹ ਕਹੋ ਕਿ ਉਹਨੇ ਮੇਰਾ ਤੁਰਨਾ ਫਿਰਨਾ, ਬਾਹਰ ਜਾਣਾ ਬੰਦ ਕਰ ਦਿੱਤਾ। ਉਹਨਾਂ ਦਿਨਾਂ ਵਿੱਚ ਮੇਰੀ ਸੱਸ ਰੱਬ ਨੂੰ ਪਿਆਰੀ ਹੋ ਗਈ। ਉਸ ਹਾਦਸੇ ਨਾਲ ਮੈਂ ਇੱਕ ਵਾਰ ਫਿਰ ਤੋਂ ਟੁੱਟ ਗਈ, ਕਿਉਂਕਿ ਮੇਰੀ ਸੱਸ ਮੈਨੂੰ ਬਾਹਰ ਘੁੰਮਣ ਫਿਰਨ ਲਈ ਲੈ ਜਾਂਦੀ ਸੀ। ਉਸ ਦੇ ਮਰਨ ਤੋਂ ਬਾਅਦ ਮੇਰੀ ਜ਼ਿੰਦਗੀ ਬਿਲਕੁਲ ਬੋਰ ਹੋ ਗਈ ਸੀ। ਮੈਂ ਹਰ ਵਕਤ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੀ। ਜਦੋਂ ਮੈਂ ਆਸ਼ੂਤੋਸ਼ ਨੂੰ ਬਾਹਰ ਜਾਣ ਦੀ ਜਿੱਦ ਕਰਦੀ ਤਾਂ ਉਹ ਮੇਰੇ ਨਾਲ ਲੜ ਕੇ ਚੁੱਪ ਕਰਾ ਦਿੰਦਾ ਤੇ ਕਹਿੰਦਾ, ਤੈਨੂੰ ਸਿਰਫ ਆਰਾਮ ਦੀ ਜ਼ਰੂਰਤ ਆ, ਤੂੰ ਘਰੇ ਰਹਿੰਦੀ ਹੀ ਚੰਗੀ ਲੱਗਦੀ ਆ। ਆਸ਼ੂਤੋਸ਼ ਦਾ ਇਹ ਵਰਤਾਰਾ ਮੈਨੂੰ ਬਿਲਕੁਲ ਚੰਗਾ ਨਾ ਲੱਗਦਾ। ਮੈਂ ਮਨ ਹੀ ਮਨ ਪਰੇਸ਼ਾਨ ਹੁੰਦੀ ਰਹਿੰਦੀ ਕਿ ਆਖਿਰ ਆਸ਼ੂਤੋਸ਼ ਇਸ ਤਰ੍ਹਾਂ ਕਿਉਂ ਕਰ ਰਿਹਾ। ਇਹ ਪਹਿਲਾਂ ਤਾਂ ਇਸ ਤਰ੍ਹਾਂ ਨਹੀਂ ਸੀ। ਆਸ਼ੂਤੋਸ਼ ਦਿਨ ਪ੍ਰਤੀ ਦਿਨ ਮੇਰੇ ਉੱਤੇ ਬੰਦਿਸ਼ਾਂ ਲਗਾਉਣ ਲੱਗਿਆ। ਆਸ਼ੂਤੋਸ਼ ਦਾ ਇਸ ਤਰ੍ਹਾਂ ਵਰਤਾਅ ਕਰਨਾ ਮੈਨੂੰ ਸ਼ੱਕ ਦੀ ਤਰਫ ਲੈ ਕੇ ਜਾ ਰਿਹਾ ਸੀ।
ਇਸ ਵਜ੍ਹਾ ਕਰਕੇ ਇੱਕ ਦਿਨ ਮੇਰਾ ਤੇ ਆਸ਼ੂਤੋਸ਼ ਦਾ ਬਹੁਤ ਵੱਡਾ ਝਗੜਾ ਹੋ ਗਿਆ। ਮੈਂ ਆਸ਼ੂਤੋਸ਼ ਨੂੰ ਕਿਹਾ ਕਿ ਤੈਨੂੰ ਪਤਾ ਮੈਂ ਵਿਆਹ ਤੋਂ ਪਹਿਲਾਂ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉਂਦੀ ਸੀ। ਮੇਰੇ ਸ਼ੌਂਕ ਆ ਬਾਹਰ ਘੁੰਮਣ ਫਿਰਨ ਦੇ ਤੇ ਬਾਹਰ ਖਾਣਾ ਖਾਣ ਦੇ, ਪਰ ਤੇਰੇ ਨਾਲ ਵਿਆਹ ਕਰਕੇ ਮੇਰੇ ਸਾਰੇ ਸ਼ੌਂਕ ਮਿੱਟੀ ਵਿੱਚ ਮਿਲ ਗਏ। ਮੈਨੂੰ ਨਹੀਂ ਪਤਾ ਸੀ ਤੇਰੇ ਇੰਨੇ ਰੂਪ ਆ। ਜਦੋਂ ਤੈਨੂੰ ਪਤਾ ਸੀ ਮੈਂ ਸ਼ੁਰੂ ਤੋਂ ਹੀ ਇਹੋ ਜਿਹੀ ਆ, ਫਿਰ ਕਿਉਂ ਮੇਰੇ ਉੱਤੇ ਰੋਕ ਲਗਾ ਰਿਹਾ? ਆਸ਼ੂਤੋਸ਼ ਨੇ ਕਿਹਾ, ਪਹਿਲਾਂ ਗੱਲ ਹੋਰ ਹੁੰਦੀ ਸੀ, ਹੁਣ ਤੂੰ ਮੇਰੀ ਪਤਨੀ ਬਣ ਚੁੱਕੀ ਆ। ਮੈਂ ਗੁੱਸੇ ਵਿੱਚ ਕਿਹਾ, ਕਿਉਂ ਮੈਂ ਪਹਿਲਾਂ ਇੱਜ਼ਤਦਾਰ ਘਰ ਦੀ ਨਹੀਂ ਸੀ? ਆਸ਼ੂਤੋਸ਼ ਨੇ ਕਿਹਾ, ਮੈਂ ਤੇਰੇ ਨਾਲ ਬਹਿਸ ਨਹੀਂ ਕਰਨਾ ਚਾਹੁੰਦਾ। ਰੱਬ ਦੇ ਵਾਸਤੇ ਤੂੰ ਘਰ ਦੇ ਅੰਦਰ ਰਹਿ, ਇਸ ਦੇ ਵਿੱਚ ਤੇਰੀ ਹੀ ਭਲਾਈ ਆ। ਆਸ਼ੂਤੋਸ਼ ਦੀ ਗੱਲ ਸੁਣ ਕੇ ਮੈਂ ਰੋਣ ਲੱਗੀ ਤੇ ਕਿਹਾ, ਇਸ ਇਨਸਾਨ ਦੀ ਖਾਤਰ ਮੈਂ ਆਪਣੇ ਘਰ ਵਾਲੇ ਛੱਡੇ ਤੇ ਇਹ ਮੇਰੇ ਤੇ ਪਾਬੰਦੀਆਂ ਲਗਾਈ ਜਾਂਦਾ। ਆਸ਼ੂਤੋਸ਼ ਆਫਿਸ ਚਲਿਆ ਗਿਆ ਤੇ ਮੈਂ ਸੋਚ ਰਹੀ ਸੀ ਕਿ ਆਸ਼ੂਤੋਸ਼ ਨਾਲ ਵਿਆਹ ਕਰਨ ਦਾ ਫੈਸਲਾ ਮੇਰੀ ਜ਼ਿੰਦਗੀ ਦਾ ਸਭ ਤੋਂ ਗਲਤ ਫੈਸਲਾ ਸੀ। ਮੈਂ ਇਹ ਸਭ ਸੋਚ ਹੀ ਰਹੀ ਸੀ ਕਿ ਅਚਾਨਕ ਮੇਰੇ ਮੋਬਾਈਲ ਦੀ ਘੰਟੀ ਵੱਜੀ। ਜਦੋਂ ਮੈਂ ਫੋਨ ਚੁੱਕਿਆ ਤਾਂ ਮੇਰੇ ਕੰਨਾਂ ਵਿੱਚ ਆਵਾਜ਼ ਪਈ ਕਿ ਤੁਹਾਡੇ ਪਤੀ ਦਾ ਐਕਸੀਡੈਂਟ ਹੋ ਗਿਆ, ਤੁਹਾਨੂੰ ਜਲਦੀ ਤੋਂ ਜਲਦੀ ਹਸਪਤਾਲ ਆਉਣਾ ਪੈਣਾ। ਮੈਂ ਲੰਬਾ ਸਾਹ ਲਿਆ ਤੇ ਹਸਪਤਾਲ ਵੱਲ ਤੁਰ ਪਈ। ਹਸਪਤਾਲ ਜਾ ਕੇ ਪਤਾ ਲੱਗਿਆ ਕਿ ਆਸ਼ੂਤੋਸ਼ ਦੀ ਮੌਤ ਹੋ ਚੁੱਕੀ ਆ। ਆਸ਼ੂਤੋਸ਼ ਦੇ ਮਰਨ ਦੀ ਖਬਰ ਸੁਣ ਕੇ ਮੈਂ ਮਨ ਹੀ ਮਨ ਖੁਸ਼ ਹੋਈ, ਕਿਉਂਕਿ ਇਸ ਇਨਸਾਨ ਦੀ ਵਜ੍ਹਾ ਨਾਲ ਮੇਰੀ ਜ਼ਿੰਦਗੀ ਨਰਕ ਬਣ ਚੁੱਕੀ ਸੀ। ਇਹ ਮੈਨੂੰ ਘਰ ਵਿੱਚ ਬੰਦ ਕਰਕੇ ਰੱਖਦਾ ਸੀ। ਚਲੋ ਵਧੀਆ ਹੋ ਗਿਆ, ਮਰ ਗਿਆ, ਜ਼ਿੰਦਗੀ ਜਿਊਂਗੀ ਤੇ ਖੁਸ਼ ਰਹੂੰਗੀ। ਆਸ਼ੂਤੋਸ਼ ਦੇ ਮਰਨ ਤੋਂ ਬਾਅਦ ਮੈਂ ਆਪਣੇ ਬਹੁਤ ਸਾਰੇ ਸ਼ੌਂਕ ਪੂਰੇ ਕੀਤੇ। ਹੁਣ ਮੈਂ ਬਹੁਤ ਜ਼ਿਆਦਾ ਖੁਸ਼ ਸੀ, ਕਿਉਂਕਿ ਮੈਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਸੀ। ਇੱਕ ਦਿਨ ਅਚਾਨਕ ਆਸ਼ੂਤੋਸ਼ ਦੇ ਮੋਬਾਈਲ 'ਤੇ ਫੋਨ ਆਇਆ। ਇਹ ਫੋਨ ਉਸ ਹਸਪਤਾਲ ਦਾ ਸੀ ਜਿੱਥੇ ਮੈਂ ਥੋੜ੍ਹੇ ਦਿਨ ਪਹਿਲਾਂ ਐਡਮਿਟ ਹੋਈ ਸੀ। ਜਦੋਂ ਮੈਂ ਫੋਨ ਚੁੱਕਿਆ ਤਾਂ ਅੱਗੋਂ ਇੱਕ ਨਰਸ ਬੋਲੀ, ਮੈਡਮ ਸਰ ਨਾਲ ਗੱਲ ਕਰਾਇਓ। ਮੈਂ ਕਿਹਾ, ਉਹ ਤਾਂ ਇਸ ਦੁਨੀਆ 'ਚ ਨਹੀਂ। ਤਾਂ ਉਸਨੇ ਕਿਹਾ, ਮੈਡਮ ਅਸੀਂ ਤੁਹਾਨੂੰ ਇਹ ਗੱਲ ਦੱਸਣਾ ਤਾਂ ਨਹੀਂ ਚਾਹੁੰਦੇ ਸੀ, ਪਰ ਮਜਬੂਰਨ ਇਹ ਗੱਲ ਤੁਹਾਨੂੰ ਹੁਣ ਦੱਸਣੀ ਪੈਣੀ ਆ। ਤੁਹਾਡੀਆਂ ਦੋਵੇਂ ਕਿਡਨੀਆਂ ਡੈਮੇਜ ਹੋ ਚੁੱਕੀਆਂ। ਕਈ ਦਿਨ ਹੋ ਗਏ ਤੁਹਾਡੇ ਕਿਡਨੀ ਡੋਨਰ ਨਹੀਂ ਮਿਲ ਰਹੇ ਸੀ। ਇਸ ਲਈ ਤੁਹਾਡੇ ਪਤੀ ਨੇ ਆਪਣੀ ਕਿਡਨੀ ਤੇ ਕੁਝ ਪੈਸੇ ਹਸਪਤਾਲ ਵਿੱਚ ਜਮ੍ਹਾਂ ਕਰਵਾ ਦਿੱਤੇ ਆ। ਕੁਝ ਪੈਸੇ ਘੱਟ ਸੀ ਤੇ ਤੁਹਾਡੇ ਪਤੀ ਨੇ ਕਿਹਾ ਸੀ ਬਸ 1-2 ਦਿਨਾਂ ਵਿੱਚ ਜਮ੍ਹਾਂ ਕਰਵਾ ਦੇਵਾਂਗਾ, ਪਰ ਜਦੋਂ ਹੁਣ ਉਹ ਇਸ ਦੁਨੀਆ ਵਿੱਚ ਨਹੀਂ ਰਹੇ ਤਾਂ ਤੁਸੀਂ ਆਪਰੇਸ਼ਨ ਕਰਵਾ ਸਕਦੇ ਹੋ ਤੇ ਬਾਕੀ ਬਚੇ ਪੈਸੇ ਤੁਸੀਂ ਦੇ ਜਾਇਓ। ਹਸਪਤਾਲ ਵਾਲਿਆਂ ਦੀ ਗੱਲ ਸੁਣ ਕੇ ਮੇਰੀ ਰੂਹ ਕੰਬ ਉੱਠੀ ਤੇ ਉੱਚੀ ਉੱਚੀ ਰੋਣ ਲੱਗੀ। ਅਗਲੇ ਦਿਨ ਜਦੋਂ ਉਹ ਕਾਗਜ਼ਾਤ ਲੱਭਣ ਲਈ ਉਸ ਦੀ ਅਲਮਾਰੀ ਖੋਲ੍ਹੀ ਤਾਂ ਉਸ ਵਿੱਚੋਂ ਮੈਨੂੰ ਇੱਕ ਡਾਇਰੀ ਮਿਲੀ। ਉਸ ਵਿੱਚ ਲਿਖਿਆ ਸੀ, ਮੇਰੀ ਪਿਆਰੀ ਪਤਨੀ ਮਾਨਸੀ, ਮੈਂ ਤੈਨੂੰ ਬਹੁਤ ਪਿਆਰ ਕਰਦਾ। ਕਿ ਮੈਂ ਕੀ ਕਰਾਂ, ਤੂੰ ਹਰ ਗੱਲ 'ਤੇ ਜ਼ਿੱਦ ਕਰਦੀ ਆਂ। ਮਜਬੂਰ ਹੋ ਕੇ ਮੈਨੂੰ ਘੂਰਨਾ ਵੀ ਪੈਂਦਾ ਤੈਨੂੰ, ਪਰ ਪਤਾ ਤੇਰੀਆਂ ਦੋਵੇਂ ਕਿਡਨੀਆਂ ਖਰਾਬ ਆ। ਮੈਂ ਤੈਨੂੰ ਇਹ ਵੀ ਨਹੀਂ ਦੱਸ ਸਕਦਾ। ਜੇ ਦੱਸ ਦਿੱਤਾ ਤਾਂ ਤੂੰ ਸਦਮੇ 'ਚ ਚਲੀ ਜਾਵੇਂਗੀ ਤੇ ਫਿਰ ਮੈਂ ਕੀ ਕਰੂੰ? ਮੈਨੂੰ ਸਮਝ ਨਹੀਂ ਆਉਂਦਾ ਮੈਂ ਕੀ ਕਰਾਂ, ਕਿਸ ਨੂੰ ਦੱਸਾਂ ਇਹ ਸਾਰਾ ਦੁੱਖ। ਇਸ ਕਰਕੇ ਇਸ ਡਾਇਰੀ ਵਿੱਚ ਲਿਖ ਰਿਹਾ, ਮੈਂ ਤੇਰੇ ਕਰਕੇ ਬਹੁਤ ਪਰੇਸ਼ਾਨ ਰਹਿਣਾ। ਜਿੰਨਾ ਚਿਰ ਤੂੰ ਠੀਕ ਨਹੀਂ ਹੁੰਦੀ ਓਨਾ ਚਿਰ ਮੇਰੀ ਇਹ ਡਾਇਰੀ ਹੀ ਸਹਾਰਾ। ਮੈਨੂੰ ਤਾਂ ਇਹ ਸੋਚ ਕੇ ਡਰ ਲੱਗਦਾ, ਜੇ ਤੈਨੂੰ ਕੁਝ ਹੋ ਗਿਆ ਤਾਂ ਮੇਰਾ ਕੀ ਬਣੂ? ਤੂੰ ਬਹੁਤ ਜਿੱਦੀ ਆਂ, ਬਾਹਰ ਜਾਣ ਦੀ ਹਰ ਰੋਜ਼ ਜਿੱਦ ਕਰਦੀ ਆਂ। ਮੈਂ ਕਿਸ ਕੋਲ ਆਪਣਾ ਦੁੱਖ ਬੋਲਾਂ? ਮੇਰੇ ਕੋਲ ਤਾਂ ਮਾਂ ਵੀ ਨਹੀਂ ਰਹੀ। ਤੈਨੂੰ ਮੈਂ ਕੁਝ ਦੱਸ ਨਹੀਂ ਸਕਦਾ। ਆਸ਼ੂਤੋਸ਼ ਦੀ ਡਾਇਰੀ ਪੜ੍ਹਨ ਤੋਂ ਬਾਅਦ ਮੇਰੇ ਅੱਖਾਂ ਵਿੱਚ ਪਾਣੀ ਆ ਗਿਆ। ਉਹ ਡਾਇਰੀ ਰੱਖ ਕੇ ਮੈਂ ਹਸਪਤਾਲ ਚਲੀ ਗਈ। ਉਹਨਾਂ ਨੇ ਮੈਨੂੰ ਦੱਸਿਆ ਕਿ ਤੁਹਾਡੇ ਪਤੀ ਨੇ ਤੁਹਾਡੇ ਲਈ ਆਪਣੀ ਕਿਡਨੀ ਜਮ੍ਹਾਂ ਕਰਵਾ ਦਿੱਤੀ ਸੀ। ਜਿਸ ਦਿਨ ਤੁਸੀਂ ਬੇਹੋਸ਼ ਹੋ ਕੇ ਹਸਪਤਾਲ ਆਏ ਸੀ, ਉਸ ਦਿਨ ਤੁਹਾਨੂੰ ਕਿਡਨੀਆਂ ਕਰਕੇ ਹੀ ਇਹ ਸਭ ਕੁਝ ਹੋਇਆ ਸੀ। ਤੁਹਾਡੇ ਪਤੀ ਨੇ ਸਾਨੂੰ ਦੱਸਣ ਤੋਂ ਮਨ੍ਹਾ ਕੀਤਾ ਸੀ। ਮੈਂ ਇਹ ਸੁਣ ਕੇ ਮਨ ਹੀ ਮਨ ਆਸ਼ੂਤੋਸ਼ ਤੋਂ ਮਾਫੀਆਂ ਮੰਗ ਰਹੀ ਸੀ। ਮੈਂ ਆਸ਼ੂਤੋਸ਼ ਨੂੰ ਕਿੰਨਾ ਗਲਤ ਸਮਝਿਆ ਤੇ ਉਹ ਮੇਰੇ ਲਈ ਕੀ ਕੁਝ ਨਹੀਂ ਕਰ ਰਿਹਾ ਸੀ। ਸੋ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।